ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਲਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਚੀਨ ਦੇ ਵਿੱਚ ਜ਼ਮੀਨ ਖਿਸਕਣ ਦੇ ਕਾਰਨ ਘੱਟੋ-ਘੱਟ 8 ਲੋਕਾਂ ਦੀ ਹੋਈ ਮੌਤ, 40 ਤੋਂ ਵੱਧ ਲਾਪਤਾ, ਕਈ ਘਰਾਂ ਨੂੰ ਵੀ ਪਹੁੰਚਿਆ ਭਾਰੀ ਨੁਕਸਾਨ। ਅਗਲੇ 24 ਘੰਟਿਆਂ ਦੇ ਵਿੱਚ ਕੁਈਨਜ਼ਲੈਂਡ ਦੇ ਨਾਲ ਟਕਰਾ ਸਕਦਾ ਹੈ ਚੱਕਰਵਾਤ। ਲੋਕਾਂ ਨੂੰ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ। ਇੱਕ 107 ਦਿਨਾਂ ਤੋਂ ਜਾਰੀ ਹੈ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ। ਇਸ ਜੰਗ ਦੇ ਵਿੱਚ ਹੁਣ ਤੱਕ 25,000 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ। ਮਰਨ ਵਾਲਿਆਂ ਦੇ ਵਿੱਚ 75% ਔਰਤਾਂ ਅਤੇ ਬੱਚੇ। ਬਿਲਾਵਲ ਭੁੱਟੋ ਜ਼ਰਦਾਰੀ ਨੇ ਪੀਟੀਆਈ ਦੇ ਵਰਕਰਾਂ ਨੂੰ ਦਿੱਤਾ ਆਫਰ, ਕਿਹਾ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੇ ਸਿਆਸੀ ਕੈਦੀਆਂ ਨੂੰ ਕਰਾਂਗੇ ਰਿਹਾ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਚੀਨ ਦੇ ਵਿੱਚ ਜ਼ਮੀਨ ਖਿਸਕਣਾ ਆਮ ਗੱਲ ਹੈ ਤੇ ਹਰ ਸਾਲ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇ ਨਾਲ ਅਨੇਕਾਂ ਲੋਕ ਮਾਰੇ ਜਾਂਦੇ ਨੇ। ਸੋਮਵਾਰ ਨੂੰ ਵੀ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਦੇ ਵਿੱਚ ਨੁਕਸਾਨ ਦੀ ਵੀ ਖਬਰ ਹੈ ਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ। ਇਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। ਸਰਕਾਰੀ ਮੀਡੀਆ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਦੱਖਣ ਪੱਛਮੀ ਚੀਨ ਦੇ ਇੱਕ ਦੂਰ ਦਰਾਡੇ ਅਤੇ ਪਹਾੜੀ ਵਾਲੇ ਹਿੱਸੇ ਦੇ ਵਿੱਚ ਜ਼ਮੀਨ ਖਿਸਕਣ ਕਾਰਨ 47 ਲੋਕ ਦਬ ਗਏ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਮੌਤ ਵੀ ਹੋਈ। ਸਮਾਚਾਰ ਏਜੰਸੀ ਸਿਨਹੂਆ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਤੜਕੇ ਤੋਂ ਪਹਿਲਾਂ ਜ਼ਮੀਨ ਖਿਸਕਣ ਦੇ ਨਾਲ ਯੂਨਾਨ ਸੂਬੇ ਦੀ ਜ਼ੇਨਕਿਉਂਗ ਕਾਉਂਟੀ ਕਾਫੀ ਪ੍ਰਭਾਵਿਤ ਹੋਈ ਹੈ। ਰਾਜ ਦੇ ਪ੍ਰਸਾਰਕ ਚੈਨਲ ਸੀਸੀਟੀਵੀ ਨੇ ਕਿਹਾ ਹੈ ਕਿ ਲਗਭਗ 18 ਘਰ ਇਸ ਘਟਨਾ ਦੌਰਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ 200 ਤੋਂ ਵੱਧ ਲੋਕਾਂ ਨੂੰ ਖੇਤਰ ਤੋਂ ਤੁਰੰਤ ਬਾਹਰ ਕੱਢਿਆ ਗਿਆ। ਸੀਸੀਟੀਵੀ ਦੇ ਅਨੁਸਾਰ ਅਧਿਕਾਰੀਆਂ ਨੇ 200 ਤੋਂ ਵੱਧ ਬਚਾਅ ਮੁਲਾਜ਼ਮਾਂ ਸਮੇਤ ਦਰਜਨਾਂ ਫਾਇਰ ਇੰਜਣਾਂ ਅਤੇ ਹੋਰ ਉਪਕਰਨਾਂ ਦੇ ਨਾਲ ਐਮਰਜੈਂਸੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਸਨ। ਤਸਵੀਰਾਂ ਦੇ ਵਿੱਚ ਬਚਾਅ ਕਰਤਾਵਾਂ ਨੂੰ ਢਹਿ ਢੇਰੀ ਹੋਈ ਨਾ ਘਰਾਂ ਵਿੱਚ ਮਲਬੇ ਨੂੰ ਚੁੱਕਦੇ ਹੋਏ ਵੇਖਿਆ ਜਾ ਸਕਦਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਭ ਤੋਂ ਵੱਧ ਬਚਾਅ ਯਤਨਾਂ ਦੀ ਅਪੀਲ ਕੀਤੀ ਹੈ। ਸ਼ੀ ਨੇ ਬਚਾਅ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਜਿੰਨੀ ਜਲਦੀ ਹੋ ਸਕੇ ਦਬੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ। AFP ਨੇ ਜਦੋਂ ਸਥਾਨਕ ਪਿੰਡ ਦੇ ਮੁਖੀ ਨਾਲ ਰਾਬਤਾ ਕੀਤਾ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਵਿਅਸਤ ਹੋਣ ਦਾ ਹਵਾਲਾ ਦਿੰਦੇ ਹੋਏ ਬੋਲਣ ਤੋਂ ਹੀ ਇਨਕਾਰ ਕਰ ਦਿੱਤਾ। ਮੌਸਮ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸੋਮਵਾਰ ਸਵੇਰੇ ਜ਼ੇਨਕਿਉਂਗ ਦੇ ਵਿੱਚ ਤਾਪਮਾਨ -4 ਡਿਗਰੀ ਸੈਲਸੀਅਸ ਦੇ ਨੇੜੇ ਸੀ। ਜ਼ਮੀਨ ਖਿਸਕਣ ਦਾ ਕਾਰਨ ਕੀ ਹੋ ਸਕਦਾ ਹੈ, ਇਸ ਬਾਰੇ ਕੋਈ ਤੁਰੰਤ ਅਧਿਕਾਰਤ ਸਪਸ਼ਟੀਕਰਨ ਨਹੀਂ ਹੈ। ਸਿਨਹੂਆ ਨੇ ਰਿਪੋਰਟ ਦਿੱਤੀ ਹੈ ਕਿ ਇੱਥੇ ਜੋ ਕੁਝ ਵਾਪਰਿਆ ਉਸ ਨੂੰ ਠੀਕ ਕਰਨ ਲਈ ਯਤਨ ਕਾਰਜ ਜਾਰੀ ਨੇ। ਤੁਹਾਨੂੰ ਦੱਸ ਦਈਏ ਕਿ ਚੀਨ ਨੇ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਕੁਦਰਤੀ ਆਫਤਾਂ ਕਾਰਨ ਕਾਫੀ ਨੁਕਸਾਨ ਝੱਲਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਤੰਬਰ ਦੇ ਵਿੱਚ ਗੁਆਂਗਸੀ ਦੇ ਦੱਖਣੀ ਖੇਤਰ ਦੇ ਵਿੱਚ ਵੀ ਮੀਂਹ ਨੇ ਇੱਕ ਪਹਾੜੀ ਦੀ ਜ਼ਮੀਨ ਨੂੰ ਖਿਸਕਾ ਦਿੱਤਾ ਸੀ, ਜਿਸ ਵਿੱਚ ਉਸ ਸਮੇਂ ਘੱਟੋ-ਘੱਟ 7 ਲੋਕ ਮਾਰੇ ਗਏ ਸਨ। ਅਗਸਤ ਵਿੱਚ ਉੱਤਰੀ ਸ਼ਹਿਰ ਸ਼ਿਆਨ ਦੇ ਨੇੜੇ ਭਾਰੀ ਮੀਂਹ ਨੇ ਅਜਿਹੀ ਹੀ ਇੱਕ ਤਬਾਹੀ ਨੂੰ ਜਨਮ ਦਿੱਤਾ ਸੀ। ਉਸ ਦੇ ਵਿੱਚ ਵੀ 20 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਅਤੇ ਜੂਨ ਦੇ ਵਿੱਚ ਦੱਖਣ ਪੱਛਮੀ ਸਿਚੁਆਨ ਪ੍ਰਾਂਤ ਵਿੱਚ ਵੀ ਇੱਕ ਜ਼ਮੀਨ ਖਿਸਕਣ ਨਾਲ 19 ਲੋਕਾਂ ਦੀ ਮੌਤ ਹੋਈ ਸੀ। ਬਿਊਰੋ ਰਿਪੋਰਟ। ਇਜ਼ਰਾਈਲ ਅਤੇ ਗਾਜ਼ਾ ਦੇ ਵਿੱਚ ਚੱਲ ਰਹੀ ਲੜਾਈ ਦਾ ਹਰਜ਼ਾਨਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇੱਕ ਮੁਲਕ ਦੀ ਦੂਜੇ ਮੁਲਕ ਉੱਤੇ ਕਬਜ਼ਾ ਕਰਨ ਦੀ ਨੀਅਤ ਹਜ਼ਾਰਾਂ ਮਾਵਾਂ ਦੀਆਂ ਕੁੱਖਾਂ ਨੂੰ ਹੌਲਾ ਕਰ ਚੁੱਕੀ ਹੈ। ਇਜ਼ਰਾਈਲ ਬਨਾਮ ਹਮਾਸ ਦੇ ਵਿੱਚ ਚੱਲ ਰਹੀ ਇਸ ਜੰਗ ਦਰਮਿਆਨ ਹੁਣ ਤੱਕ ਗਾਜ਼ਾ ਦੇ ਵਿੱਚ ਤਕਰੀਬਨ 25,000 ਲੋਕ ਮਾਰੇ ਜਾ ਚੁੱਕੇ ਨੇ ਤੇ ਮਰਨ ਵਾਲਿਆਂ ਦੇ ਵਿੱਚ ਬਗੈਰ ਸ਼ੱਕ ਜ਼ਿਆਦਾਤਰ ਬੱਚੇ ਅਤੇ ਔਰਤਾਂ ਹੀ ਹਨ। ਇਸ ਲੜਾਈ ਨੂੰ 100 ਤੋਂ ਵਧੇਰੇ ਦਿਨ ਹੋ ਚੁੱਕੇ ਨੇ, ਪਰ ਅਜੇ ਤੱਕ ਗਾਜ਼ਾ ਵਿੱਚ ਮਨੁੱਖਤਾ ਦਾ ਕਤਲੇਆਮ ਉਸੇ ਤਰ੍ਹਾਂ ਜਾਰੀ ਹੈ। ਇੱਥੋਂ ਤੱਕ ਕਿ ਕੌਮਾਂਤਰੀ ਪੱਧਰ ਉੱਤੇ ਇਹਨਾਂ ਜੰਗਾਂ ਨੂੰ ਰੋਕਣ ਲਈ ਬਣੀਆਂ ਸੰਸਥਾਵਾਂ ਵੀ ਬੇਵੱਸ ਨੇ ਤੇ ਦੁਨੀਆ ਦੇ ਵੱਡੇ ਮੁਲਕਾਂ ਨੇ ਇਸ ਕਤਲੇਆਮ ਨੂੰ ਅਣਡਿੱਠ ਕੀਤਾ ਹੋਇਆ ਹੈ। ਖੈਰ, ਗੱਲ ਕਰਦੇ ਹਾਂ ਯਰੂਸ਼ਲਮ ਦੇ ਵਿੱਚ ਚੱਲ ਰਹੇ ਪ੍ਰਦਰਸ਼ਨ ਦੀ, ਜਿੱਥੇ ਕਿ ਸੈਂਕੜੇ ਲੋਕ ਇੱਕ ਥਾਂ ਉੱਤੇ ਇਕੱਠੇ ਹੋਏ, ਜਿੱਥੇ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੂੰ ਹਮਾਸ ਨੇ ਕੈਦ ਕੀਤਾ ਹੈ ਉਹਨਾਂ ਨੂੰ ਛੁਡਵਾਇਆ ਜਾਵੇ। ਇਸ ਮੌਕੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਜ਼ਰਾਈਲ ਅਤੇ ਹਮਾਸ ਆਪਸ ਦੇ ਵਿੱਚ ਸਮਝੌਤਾ ਕਰਨ ਅਤੇ ਕੈਦ ਕੀਤੇ ਗਏ ਆਮ ਲੋਕਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। All of us as citizens have a contract with the country. We serve the country, we pay our taxes, we send our children to serve the country.
In exchange for that service and those taxes, we expect the government to keep us safe. On the morning of October 7th, this government and this Prime Minister totally failed us. After 107 days, we are demanding that they fix the failure from the 7th, and that can only start with returning all of the hostages alive. Bringing home 136 hostages in bags can never be considered any part of a victory. We demand that the government do its part, bring a deal, get the deal done, and bring home the remaining hostages alive. We hear today that in the United States was published there is a new deal from Qatar and Egypt, okay, and we demand our government to listen about this, sit on the table and decide to take this deal or any other deal that is convenient to Israel, or give the Israel will give the deal, okay, and release all the miserable people. ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। 7 ਅਕਤੂਬਰ 2023 ਨੂੰ ਇਜ਼ਰਾਈਲ ਉੱਤੇ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲੀ ਫੌਜ ਗਾਜ਼ਾ ਪੱਟੀ ਵਿੱਚ ਹਮਾਸ ਦੇ ਟਿਕਾਣਿਆਂ ਉੱਤੇ ਲਗਾਤਾਰ ਬੰਬਾਰੀ ਕਰ ਰਹੀ ਹੈ। ਪਿਛਲੇ 107 ਦਿਨਾਂ ਦੇ ਵਿੱਚ ਇਸ ਜੰਗ ਕਾਰਨ 25,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ 178 ਲੋਕਾਂ ਦੀ ਮੌਤ ਹੋਈ ਹੈ ਅਤੇ 300 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਗਾਜ਼ਾ ਦੇ ਸਿਹਤ ਵਿਭਾਗ ਨੇ ਐਤਵਾਰ ਨੂੰ ਕਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਦੇ ਵਿਚਾਲੇ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਹਜ਼ਾਰਾਂ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ 25,000 ਨੂੰ ਪਾਰ ਕਰ ਗਿਆ ਹੈ। ਗਾਜ਼ਾ ਦੇ ਸਿਹਤ ਵਿਭਾਗ ਦੇ ਮੁਤਾਬਕ 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਦੇ ਵਿੱਚ ਹੁਣ ਤੱਕ 25,105 ਫਲਸਤੀਨੀਆਂ ਦੀ ਮੌਤ ਹੋਈ ਹੈ। 62,681 ਲੋਕ ਜ਼ਖਮੀ ਨੇ। ਸਿਹਤ ਵਿਭਾਗ ਨੇ ਕਿਹਾ ਹੈ ਕਿ ਮਰਨ ਵਾਲਿਆਂ ਵਿੱਚੋਂ 2/3 ਔਰਤਾਂ ਤੇ ਨਾਬਾਲਗ ਸਨ। ਇਸ ਜੰਗ ਤੋਂ ਚਿੰਤਤ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਇੱਕ ਵਾਰ ਫਿਰ ਗਾਜ਼ਾ ਦੇ ਵਿੱਚ ਜਲਦ ਤੋਂ ਜਲਦ ਜੰਗਬੰਦੀ ਲਈ ਅਪੀਲ ਕੀਤੀ। ਗੁਟਾਰੇਸ ਨੇ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਦੇ ਵਿੱਚ NAM ਦੇ ਤਾਜ਼ਾ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਾਜ਼ਾ ਦੇ ਮਨੁੱਖਤਾਵਾਦੀ ਸੰਕਟ ਨੂੰ ਹੱਲ ਕਰਨ ਲਈ ਜੰਗਬੰਦੀ ਹੀ ਇੱਕੋ ਇੱਕ ਤਰੀਕਾ ਹੈ। ਇਸ ਦੇ ਨਾਲ ਹੀ ਉਹਨਾਂ ਸਾਰੇ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਗੱਲ ਉੱਤੇ ਵੀ ਜ਼ੋਰ ਦਿੱਤਾ ਹੈ। In Gaza, Israel's military operations have spread massive destruction and killed civilians on a scale unprecedented during my time as Secretary General, including more than 150 members of our own staff, following the horrific terror attacks by Hamas on 7 October. This is heartbreaking and utterly unacceptable. The Middle East is a tinderbox. We must do all we can to prevent conflict igniting across the region. And that starts with an immediate humanitarian ceasefire to relieve the suffering in Gaza, allow humanitarian aid to reach everyone in need, and facilitate the release of hostages, which should be immediate and unconditional. The repeated refusal yesterday to accept the two-state solutions for Israeli and Palestinians is totally unacceptable, as I told the summit of the non-aligned movement. The denial of the right to statehood for the Palestinian people would indefinitely prolong a conflict that has become a major threat to global peace and security, exacerbate polarization, and embolden extremists everywhere. Excellencies, righting our troubled world depends on effective global action. Yet the international system is out of date, out of time, and out of step, reflecting a bygone age when many of your countries were still colonized. ਪੱਛਮੀ ਆਸਟ੍ਰੇਲੀਆ ਦੇ ਵਿੱਚ ਪਿਛਲੇ ਹਫ਼ਤੇ ਆਏ ਤੂਫਾਨ ਕਾਰਨ ਕਈ ਘਰਾਂ ਦੀ ਬਿਜਲੀ ਗੁੱਲ ਹੋ ਚੁੱਕੀ ਹੈ। ਭਾਰੀ ਮੀਂਹ ਕਾਰਨ ਤਕਰੀਬਨ 33,000 ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਦੇ ਵਿੱਚ ਰੁਕਾਵਟ ਆਈ ਹੈ, ਪਰ ਬਾਅਦ ਵਿੱਚ ਕੁਝ ਘਰਾਂ ਦੀ ਬਿਜਲੀ ਸਪਲਾਈ ਬਹਾਲ ਹੋਈ ਹੈ। ਉੱਥੇ ਹੀ 4,000 ਘਰ ਅਤੇ ਕਾਰੋਬਾਰ ਅਜੇ ਵੀ ਬਿਜਲੀ ਤੋਂ ਬਿਨਾਂ ਹੀ ਨੇ। ਪਰਥ ਹਿਲਸ ਦੇ ਕੁਝ ਹਿੱਸੇ ਅਤੇ ਕਲਗੁਰਲੀ ਦੇ ਆਲੇ ਦੁਆਲੇ ਦੇ ਖੇਤਰ ਬਿਜਲੀ ਕਟੌਤੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ। ਮੌਸਮ ਵਿਗਿਆਨ ਬਿਊਰੋ ਨੇ ਦੱਸਿਆ ਹੈ ਕਿ ਅਗਲੇ 24 ਘੰਟਿਆਂ ਤੱਕ ਇਹ ਤੂਫਾਨ ਕੁਈਨਜ਼ਲੈਂਡ ਦੇ ਨਾਲ ਟਕਰਾ ਸਕਦਾ ਹੈ। ਬਿਊਰੋ ਦੇ ਵੱਲੋਂ ਕੁਈਨਜ਼ਲੈਂਡ ਦੇ ਲੋਕਾਂ ਨੂੰ ਅਗਲੇ 72 ਘੰਟਿਆਂ ਤੱਕ ਲਈ ਲੋੜੀਂਦਾ ਸਮਾਨ ਸਟਾਕ ਕਰਕੇ ਰੱਖਣ ਲਈ ਕਿਹਾ ਗਿਆ ਹੈ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਸ ਦੀ ਪਾਲਣਾ ਕਰਨ।
A tropical low is currently situated offshore in the Coral Sea. So this afternoon it was located approximately 860 kilometres east-northeast of Cairns and Townsville. This low pressure system is gradually intensifying and it is moving into an area that is quite favourable for development. So we are expecting it to be of tropical cyclone strength at some stage tomorrow, so on Tuesday. It will continue intensifying once it becomes a tropical cyclone, and at this stage the most likely scenario is that it could be a severe tropical cyclone before it crosses the coast later in the week. There are still a few scenarios at play here, however the most likely is that we will see that crossing the coast on Thursday this week between Innisfail and Airlie Beach. So as this system could reach a tropical cyclone strength 3, so that's a severe tropical cyclone, we are expecting to see severe tropical cyclone impacts in those communities in North Queensland. So we have issued a tropical cyclone watch, meaning that we could see impacts within 48 hours along the coast of Queensland. So the watch is current from Ayr to St Lawrence, and that includes Mackay and the Whitsunday Islands as well. Noting that this watch area will continue to grow, so we are expecting people to stay on top of that watch and that warning area. It will extend over the coming days as that cyclone moves closer to the coast. So we're asking residents to keep an eye on those warnings. We will be issuing watches every 6 hours with an updated track map. And then when we move into warnings, so that's impacts within 24 hours, we'll be updating every 3 hours our track map and our warning area. So just touching on impacts, what exactly we could expect from this system. So gales with damaging wind gusts of up to 120 kilometres per hour may develop about coastal and island communities between Ayr and St Lawrence, and that's from as early as Wednesday morning. And that could extend, as I said, beyond Wednesday into other areas as that system moves closer. ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ 10,000 ਤੋਂ ਜ਼ਿਆਦਾ ਜੇਲ੍ਹ ਵਿੱਚ ਬੰਦ ਵਰਕਰਾਂ ਨੂੰ ਰਿਹਾ ਕਰਨ ਦਾ ਸੰਕੇਤ ਦਿੱਤਾ ਹੈ। ਐਤਵਾਰ ਨੂੰ ਲਾਹੌਰ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਬਿਲਾਵਲ ਨੇ ਪੀਟੀਆਈ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਹਨਾਂ ਦਾ ਸਮਰਥਨ ਕਰਨ ਅਤੇ ਬਦਲੇ ਵਿੱਚ ਉਹ ਬਦਲਾਖੋਰੀ ਦੀ ਰਾਜਨੀਤੀ ਨੂੰ ਖਤਮ ਕਰਨਗੇ ਅਤੇ ਜੇਲ੍ਹ ਦੇ ਵਿੱਚ ਬੰਦ ਸਾਰੇ ਸਿਆਸੀ ਵਰਕਰਾਂ ਨੂੰ ਰਿਹਾ ਕਰਨਗੇ। ਬਿਲਾਵਲ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ ਦੀ ਪਾਰਟੀ ਪੀਟੀਆਈ ਤੋਂ ਬਦਲਾ ਲੈ ਰਹੀ ਹੈ। ਭੁੱਟੋ ਨੇ ਕਿਹਾ ਹੈ ਕਿ ਜੇਕਰ ਮੈਂ ਸੱਤਾ ਵਿੱਚ ਆਇਆ ਤਾਂ ਮੈਂ ਪੀਟੀਆਈ ਸਮੇਤ ਸਾਰੇ ਸਿਆਸੀ ਵਰਕਰਾਂ ਨੂੰ ਰਿਹਾ ਕਰ ਦਿਆਂਗਾ। मैं पीटीआई के कारकुन से बात करना चाह रहा हूं। मैं पीटीआई के कारकुन से मुखातिब होना चाहता हूं कि हम समझते हैं, हम खान साहब को कह के थक गए थे कि सियासत करो, गालिम गलोच सियासत नहीं होता। अपना सियासी मुखालफीन को, अपने सियासी मुखालफीन की बेटियों को, अपनी सियासी मुखालफीन के बहनों को जेल में डालना सियासत नहीं है। मैं उनके कारकुन से आज बात करना चाह रहा हूं, इसलिए जिस वहशत से नून लीग इनसे आज इंतकाम ले रहे हैं, मैं नून लीग के जुल्म से गुजरा हूं और जो जुल्म मैंने देखा है, मेरे खानदान ने देखा है, मेरे कारकुन ने, मेरे जियालों ने देखा है, मैं नहीं चाहूंगा कि किसी भी सियासी कारकुन ये इस जुल्म से गुजरना पड़े। मैं आपसे अपील करता हूं, आए इस इलेक्शन में अब तीर और शेर का मुकाबला है। आए मेरे साथ दे, मैं इस इंतकामी सियासत को दफन कर दूंगा। शहीद मोहतरमा बेनजीर भुट्टो वजीर आजम बनी तो पहले दिन पे क्या ऐलान की थी कि सियासी कैदियों को रहा करो। यूसुफ रजा गिलानी वजीर आजम बना तो पहला क्या,
पहला क्या हुक्म था? सियासी कैदियों को रहा करो। हम सियासी कारकुन से नहीं डरते, हम सियासतदान से नहीं डरते। मैं हुकूमत बना के इंशाअल्लाह ताला ट्रूथ ऑन रेकन्सिलिएशन कमाऊंगा। पाकिस्तान का वफाक का जो तमाम जख्मे हैं उनको हमें एड्रेस करना पड़ेंगे। रूस ਦੇ ਕਬਜ਼ੇ ਵਾਲੇ ਯੂਕਰੇਨੀ ਬਾਜ਼ਾਰ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਹੈ ਕਿ ਹਮਲਾ ਐਤਵਾਰ ਸਵੇਰੇ ਹੋਇਆ। ਡੋਨੇਟਸਕ ਦੇ ਵਿੱਚ ਰੂਸ ਵੱਲੋਂ ਨਿਯੁਕਤ ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਹਮਲੇ ਵਿੱਚ 25 ਲੋਕ ਜ਼ਖਮੀ ਵੀ ਹੋਏ ਨੇ। ਉਹਨਾਂ ਕਿਹਾ ਹੈ ਕਿ ਗੋਲੀਬਾਰੀ ਯੂਕਰੇਨੀ ਫੌਜ ਵੱਲੋਂ ਕੀਤੀ ਗਈ ਸੀ। ਯੂਕਰੇਨ ਨੇ ਇਸ ਘਟਨਾ ਉੱਤੇ ਕੋਈ ਟਿੱਪਣੀ ਨਹੀਂ ਕੀਤੀ। ਪੁਲਿਸ ਨੇ ਕਿਹਾ ਹੈ ਕਿ ਐਮਰਜੈਂਸੀ ਸੇਵਾ ਦੇ ਮੁਲਾਜ਼ਮ ਮੌਕੇ ਉੱਤੇ ਬਚਾਅ ਕਾਰਜ ਲਈ ਪਹੁੰਚ ਰਹੇ ਨੇ। ਇਸ ਦੌਰਾਨ ਰੂਸ ਦੇ ਉਸਟ ਲੂਗਾ ਬੰਦਰਗਾਹ ਉੱਤੇ ਕੈਮੀਕਲ ਟਰਾਂਸਪੋਰਟ ਟਰਮੀਨਲ ਦੇ ਵਿੱਚ 2 ਧਮਾਕਿਆਂ ਤੋਂ ਬਾਅਦ ਅੱਗ ਲੱਗ ਗਈ ਸੀ। ਸਥਾਨਕ ਮੀਡੀਆ ਮੁਤਾਬਕ ਬੰਦਰਗਾਹ ਉੱਤੇ ਯੂਕਰੇਨ ਨੇ ਡਰੋਨ ਦੇ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਗੈਸ ਟੈਂਕ ਦੇ ਵਿੱਚ ਧਮਾਕਾ ਹੋਇਆ। रूस ਦੇ ਕੁਦਰਤੀ ਗੈਸ ਦੇ ਦੂਜੇ ਸਭ ਤੋਂ ਵੱਡੇ ਉਤਪਾਦਕ ਨੋਵਾਟੇਕ ਦੇ ਸਥਾਨ ਉੱਤੇ ਅੱਗ ਲੱਗ ਗਈ। ਰੂਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜ਼ਿਲ੍ਹੇ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਰੂਸੀ ਫੌਜ ਨੇ ਯੂਕਰੇਨ ਦੇ ਖਾਰਕਿਵ ਖੇਤਰ ਦੇ ਇੱਕ ਪਿੰਡ ਕਰੋਖਮਾਲਨੇ ਉੱਤੇ ਆਪਣਾ ਕੰਟਰੋਲ ਕਾਇਮ ਕਰ ਲਿਆ ਹੈ। ਰੂਸ ਦੇ ਰੱਖਿਆ ਵਿਭਾਗ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਯੂਕਰੇਨੀ ਫੌਜ ਦੇ ਬੁਲਾਰੇ ਨੇ ਵੀ ਇਸ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ ਪੂਰਬੀ ਡੋਨੇਟਸਕ ਦੇ ਵਿੱਚ ਵੇਸਲੇ ਨਾਮਕ ਬਸਤੀ ਉੱਤੇ ਕਬਜ਼ਾ ਕਰਨ ਦੀ ਜਾਣਕਾਰੀ ਵੀ ਦਿੱਤੀ ਸੀ। ਵਿਵੇਕ ਰਾਮਾਸਵਾਮੀ ਤੋਂ ਬਾਅਦ ਹੁਣ ਰਿਪਬਲਿਕਨ ਪਾਰਟੀ ਦੇ ਇੱਕ ਹੋਰ ਉਮੀਦਵਾਰ ਨੇ ਆਪਣਾ ਨਾਮ ਵਾਪਸ ਲੈ ਲਿਆ। ਰਿਪਬਲਿਕਨ ਨੇਤਾ ਰੌਨ ਡਿਸੈਂਟਿਸ ਹੁਣ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਚੁੱਕੇ ਨੇ। ਰਾਮਾਸਵਾਮੀ ਦੇ ਵਾਂਗ ਡਿਸੈਂਟਿਸ ਨੇ ਵੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕੀਤਾ ਹੈ। ਦੱਸ ਦਈਏ ਕਿ ਡਿਸੈਂਟਿਸ ਅਮਰੀਕੀ ਸੂਬੇ ਫਲੋਰੀਡਾ ਦੇ ਗਵਰਨਰ ਨੇ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਅੰਤ ਵਿੱਚ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਲਈ ਸਾਰੇ ਸਿਆਸੀ ਲੀਡਰ ਤਿਆਰੀਆਂ ਕਰ ਰਹੇ ਨੇ। ਡਿਸੈਂਟਿਸ ਨੇ ਕਿਹਾ ਹੈ ਕਿ ਮੈਂ ਅੱਜ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਵਾਪਸ ਲੈ ਰਿਹਾ। ਮੈਨੂੰ ਲੱਗਦਾ ਹੈ ਕਿ ਮੇਰੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਵਿੱਚ ਕਾਮਯਾਬ ਹੋਣਾ ਆਸਾਨ ਨਹੀਂ ਹੈ। And it reminds me why I decided to run for president, to fight for those who've been forgotten in this country. This is America's time for choosing. We can choose to allow a border invasion, or we can choose to stop it. We can choose reckless borrowing and spending, or we can choose to limit government and lower inflation. We can choose political indoctrination, or we can choose classical education. These choices are symptoms of the underlying struggle to ensure that constitutional government can endure and that Western civilization can survive. And we launched this campaign to bring accountability to government, regain sovereignty at our border, and restore sanity to our society. We cannot succeed as a country if we allow our nation to be invaded, our currency to be debased, our cities to crumble, and our kids to be indoctrinated. The DC elites who facilitated this mess do not care about you, and they do not work for you. They work for themselves. They seek to accumulate power at your expense to pursue an agenda that is harmful to the American people. Citizens do not serve politicians. It is the duty of politicians to serve you. Talk is cheap. Actions speak louder than words. Reversing the decline of this nation requires leadership that delivers big results for the people we are elected to serve. I have a record of leading with conviction, championing an agenda marked by bold colors, delivering on my promises, and defeating the people who are responsible for our nation's decline. That is the type of leadership we need for all of America. Now, over the past many months, Casey and I have traveled across the country to deliver a message of hope, that decline is a choice, and that we can, in fact, succeed again as a nation. Nobody worked harder, and we left it all out on the field. Thing I could do to produce a favorable outcome, more campaign stops, more interviews, I would do it. But I can't ask our supporters to volunteer their time and donate their resources if we don't have a clear path to victory. Accordingly, I am today suspending my campaign. I'm proud to have delivered on 100% of my promises. ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪਿੰਡ ਬੁਤਾਲਾ ਅੰਮ੍ਰਿਤਸਰ ਦਾ 27 ਸਾਲਾ ਨੌਜਵਾਨ ਜੋ ਕਿ ਕਰੀਬ 7 ਮਹੀਨੇ ਪਹਿਲਾਂ ਕੈਨੇਡਾ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ, ਪਰ ਇਸ
ਦੌਰਾਨ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਕਾਰਨ ਗੁਰਜੰਟ ਸਿੰਘ ਦੀ ਮੌਤ ਹੋ ਗਈ। ਗੁਰਜੰਟ ਸਿੰਘ ਦੀ ਮੌਤ ਹੋ ਜਾਣ ਦੀ ਖਬਰ ਪਰਿਵਾਰ ਅਤੇ ਪਿੰਡ ਵਿੱਚ ਪਤਾ ਲੱਗਣ ਤੋਂ ਬਾਅਦ ਸੋਗ ਦੀ ਲਹਿਰ ਛਾ ਗਈ ਹੈ ਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਨੌਜਵਾਨ ਗੁਰਜੰਟ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚ ਰਹੇ ਨੇ। ਇਸ ਮੌਕੇ ਗੱਲ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਦਲਬੀਰ ਸਿੰਘ ਨੇ ਦੱਸਿਆ ਹੈ ਕਿ ਪੁੱਤਰ ਗੁਰਜੰਟ ਸਿੰਘ ਬੇहद ਮਿੱਠੇ ਸੁਭਾਅ ਦਾ ਮਾਲਕ ਸੀ। ਉਹ ਪਰਿਵਾਰ ਦੇ ਲਈ ਕੁਝ ਕਰਨਾ ਚਾਹੁੰਦਾ ਸੀ, ਜਿਸ ਲਈ ਉਹ ਕੈਨੇਡਾ ਗਿਆ, ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 17 ਜਨਵਰੀ ਦਾ ਜਿਹੜਾ ਦਿਨ ਆ ਸਾਡੇ ਇਲਾਕੇ ਵਾਸਤੇ ਜਾਂ ਸਾਡੇ ਪਿੰਡ ਵਾਸਤੇ ਬਹੁਤ ਮਨਹੂਸ ਦਿਨ ਸੀ। ਇਸ ਦਿਨ ਕੈਨੇਡਾ ਵਿੱਚ ਸਾਡਾ ਛੋਟਾ ਵੀਰ ਗੁਰਜੰਟ, ਜੋ ਕਿ ਬਹੁਤ ਹੀ ਮਿਲਣਸਾਰ, ਨਿਤਨੇਮੀ, ਗੁਰੂ ਮਹਾਰਾਜ ਦਾ ਨਾਮ ਲੈਣ ਵਾਲਾ ਇੱਕ ਆਮ ਪਰਿਵਾਰ ਦੇ ਵਿੱਚੋਂ ਸੀ। ਬੜੀਆਂ ਆਸਾਂ ਲੈ ਕੇ ਕੈਨੇਡਾ ਦੇ ਵਿੱਚ ਪਹੁੰਚਾ ਸਿੰਗਾਪੁਰ ਥਾਣੀ, ਤੇ ਇੱਕ ਹਾਦਸੇ ਦੇ ਵਿੱਚ ਉਹ ਸਾਡੀ ਰੂਹ ਸਾਡੇ ਤੋਂ ਵਿਛੜ ਗਈ ਆ। ਬਹੁਤ ਪਿਆਰੀ ਰੂਹ ਸੀ ਉਹ। ਸਾਡਾ ਪੂਰਾ ਇਲਾਕਾ ਜਿਹੜਾ ਉਹ ਸੋਗਮਈ ਆ, ਤੇ ਇਸ ਵੇਲੇ ਜਿਹੜੀ ਆ ਉਹਦੀ ਅਸੀਂ ਡੈੱਡ ਬੋਡੀ ਲੈਣ ਲਈ ਸਮੁੱਚਾ ਇਲਾਕਾ ਤੇ ਸਾਰੇ ਸੰਘਰਸ਼ ਕਰ ਰਹੇ ਆ। ਤੇ ਬਾਹਰ ਬੈਠਾ ਚਾਚੇ ਦਾ ਪੁੱਤ ਨਿਰਮਲ ਸਿੰਘ ਵੱਲੋਂ ਵੀ ਇੱਕ ਜਿਹੜੀ ਮੁਹਿੰਮ ਵਿੱਢੀ ਗਈ ਆ। ਆਪਾਂ ਭਈ ਦਾਨੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਵੀਰਾਂ ਨੂੰ ਵੀ ਜੋ ਵੀ ਤਿਲਫੁਲ ਆ, ਜਿੱਦਾਂ ਵੀ ਆ, ਆਪਾਂ ਉਸ ਦੀ ਛੇਤੀ ਤੋਂ ਛੇਤੀ ਜਿਹੜੀ ਡੈੱਡ ਬੋਡੀ ਉਹ ਗੁਰਜੰਟ ਦੀ ਲੈ ਕੇ ਆਉਣੀ ਆ। ਤੇ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਆ ਵੱਧ ਚੜ ਕੇ ਹਿੱਸਾ ਲਓ। ਬਾਕੀ ਇਸ ਪਰਿਵਾਰ, ਇਹ ਤੁਹਾਨੂੰ ਵੀ ਪਤਾ, ਪੰਜਾਬ ਦੇ ਪੁੱਤ ਕਿਸ ਤਰ੍ਹਾਂ ਕਰਜ਼ਾਈ ਹੋ ਕੇ, ਕਿਸ ਤਰ੍ਹਾਂ ਔਖੇ ਹੋ ਕੇ ਜਿਹੜੇ ਆ ਉਹ ਜਾ ਰਹੇ ਵਿਦੇਸ਼ਾਂ ਦੇ ਵਿੱਚ, ਪਰ ਕੁਦਰਤ ਨੂੰ ਹੋਰ ਮਨਜ਼ੂਰ ਆ। ਸਾਡੇ ਪਿੰਡ ਦਾ ਪਹਿਲਾਂ ਵੀ ਇੱਕ ਨੌਜਵਾਨ ਅਵਤਾਰ ਸਿੰਘ ਆਪਾ ਇਸੇ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਪਰਿਵਾਰ ਤੇ ਵੀ ਚਲੋ ਮਹਾਰਾਜ ਦੀ ਬੜੀ ਕਿਰਪਾ ਵੇ, ਮੂੰਹ ਤਾਂ ਨਹੀਂ ਕਹਿੰਦੇ, ਪਰ ਸਾਨੂੰ ਪਤਾ ਹੈ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਬੱਚੇ ਨੂੰ ਸੈੱਟ ਕੀਤਾ। 4-5 ਸਾਲ ਪਹਿਲਾਂ ਸਿੰਗਾਪੁਰ ਵੀ ਰਿਹਾ। ਤੇ ਬਾਕੀ ਸਾਰੇ ਡੋਨੇਟਰਾਂ ਨੂੰ, ਜਿੰਨੇ ਵੀ ਦਾਨੀ ਸੱਜਣਾ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜਾ ਵਾ ਨਾ, ਇਹ ਆਪਾਂ ਪਰਿਵਾਰ ਦੀ ਮਦਦ ਕਰਨੀ ਆ। ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਉਹ ਤਤਪਰ ਹੁਣ ਜਿੰਨੀ ਵੀ ਜਲਦੀ ਹੋਵੇ ਇਹ ਸਾਡੇ ਛੋਟੇ ਵੀਰ, ਛੋਟੇ ਭਰਾ ਗੁਰਜੰਟ ਦੀ ਜਿਹੜੀ ਆ ਡੈੱਡ ਬੋਡੀ ਲੈ ਸਕੇ, ਤਾਂ ਕਿ ਮਾਪੇ ਤੇ ਜਾਂ ਇਲਾਕਾ ਸਾਰਾ ਉਹ ਇਹਦੇ ਆਖਰੀ ਦਰਸ਼ਨ ਕਰ ਸਕੇ। ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰ ਲੈਂਦੇ ਹਾਂ ਹੈਡਲਾਈਨਸ ਉੱਤੇ। ਚੀਨ ਦੇ ਵਿੱਚ ਜ਼ਮੀਨ ਖਿਸਕਣ ਦੇ ਕਾਰਨ ਘੱਟੋ-ਘੱਟ 8 ਲੋਕਾਂ ਦੀ ਹੋਈ ਮੌਤ, 40 ਤੋਂ ਵੱਧ ਲਾਪਤਾ, ਕਈ ਘਰਾਂ ਨੂੰ ਵੀ ਪਹੁੰਚਿਆ ਭਾਰੀ ਨੁਕਸਾਨ। ਅਗਲੇ 24 ਘੰਟਿਆਂ ਦੇ ਵਿੱਚ ਕੁਈਨਜ਼ਲੈਂਡ ਦੇ ਨਾਲ ਟਕਰਾ ਸਕਦਾ ਹੈ ਚੱਕਰਵਾਤ। ਲੋਕਾਂ ਨੂੰ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ। ਇੱਕ 107 ਦਿਨਾਂ ਤੋਂ ਜਾਰੀ ਹੈ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ। ਇਸ ਜੰਗ ਦੇ ਵਿੱਚ ਹੁਣ ਤੱਕ 25,000 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ। ਮਰਨ ਵਾਲਿਆਂ ਦੇ ਵਿੱਚ 75% ਔਰਤਾਂ ਅਤੇ ਬੱਚੇ। ਬਿਲਾਵਲ ਭੁੱਟੋ ਜ਼ਰਦਾਰੀ ਨੇ ਪੀਟੀਆਈ ਦੇ ਵਰਕਰਾਂ ਨੂੰ ਦਿੱਤਾ ਆਫਰ, ਕਿਹਾ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੇ ਸਿਆਸੀ ਕੈਦੀਆਂ ਨੂੰ ਕਰਾਂਗੇ ਰਿਹਾ। ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਇੰਨਾ ਹੀ। ਤੇ ਹੁਣ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।